ਹੈਲੋ ਆਈਪੀਸੀ ਦੇ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਬਹੁਤ ਜ਼ਿਆਦਾ ਸਵਾਗਤ ਹੈ। ਅੱਜ ਆਪਾਂ ਜੋ ਗੱਲ ਕਰਾਂਗੇ ਉਹ ਗੱਲ ਕਰਾਂਗੇ ਆਊਟਪੁੱਟ ਤੇ ਇਨਪੁੱਟ ਆਊਟਪੁੱਟ ਡਿਵਾਈਸਿਸ। ਇੱਥੇ ਇਨਪੁੱਟ ਆਊਟਪੁੱਟ ਡਿਵਾਈਸਿਸ ਮਤਲਬ ਉਹ ਹੈ ਉਹ ਡਿਵਾਈਸਿਸ ਜਿਹੜੀਆਂ ਇਨਪੁੱਟ ਦੀ ਤਰ੍ਹਾਂ ਵੀ ਕੰਮ ਕਰਦੀਆਂ ਨੇ ਤੇ ਆਊਟਪੁੱਟ ਦੀ ਤਰ੍ਹਾਂ ਵੀ ਕੰਮ ਕਰਦੀਆਂ ਨੇ। ਇੱਕ ਆਪਾਂ ਉਹਦੇ ਬਾਰੇ ਡਿਸਕਸ ਕਰਾਂਗੇ, ਇੱਕ ਆਪਾਂ ਕਰਾਂਗੇ ਆਊਟਪੁੱਟ ਡਿਵਾਈਸਿਸ ਬਾਰੇ ਜੋ ਸਿੰਪਲ ਆਊਟਪੁੱਟ ਡਿਵਾਈਸਿਸ ਹੁੰਦੀਆਂ ਨੇ। ਜਿਵੇਂ ਤੁਹਾਨੂੰ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ ਹੋਣਾ, ਜਿਵੇਂ ਕਿ स्पीकर, मोनीटर, हैडफोन्स, ये सारे की ने आउटपुट डिवाइसिस ने। अज का जो लैक्चर है वो अपना थर्ड लैक्चर है इस वीडियो का। पहला आप कर चुके हैं इंट्रोडक्शन, दूजी आप कर चुके हैं इनपुट डिवाइसिस, तीजी अपने को आउटपुट डिवाइसिस ते इनपुट आउटपुट डिवाइसिस। देखो पटवारी लिए किसी ने घबराना नहीं हैगा। आप GPS भी करांगे, आप जियो फेंसिंग भी करांगे पूरी डिटेलिंग दे विच, ओके। मोबाइल कम्यूनीकेशन भी करांगे। आप सारिया वीडियोज़ लैके आवांगे ਜਿਹੜੀਆਂ ਵੀ ਪਟਵਾਰੀ ਦੇ ਵਿੱਚ ਕੰਪਿਊਟਰ ਦੇ ਪੇਪਰ ਲਈ ਇੰਪੋਰਟੈਂਟ ਨੇ। ਬਸ ਤੁਸੀਂ ਪੇਸ਼ੈਂਸ ਬਣਾ ਕੇ ਰੱਖਣਾ ਤੇ ਆਪਣੀ ਇਹ ਵੀਡੀਓ ਨੂੰ ਲਾਈਕ ਤੇ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਹੈ, ਵੀਡੀਓ ਨੂੰ ਸ਼ੇਅਰ ਜ਼ਿਆਦਾ ਤੋਂ ਜ਼ਿਆਦਾ ਕਰਨਾ ਹੈ। ਕਲੀਅਰ ਹੈ ਜੀ। ਤੁਸੀਂ ਸਾਡਾ YouTube ਚੈਨਲ IPC ਇੰਸਟੀਚਿਊਟ ਸਬਸਕ੍ਰਾਈਬ ਕਰੋ। ਇਸ ਦੇ ਉੱਤੇ ਡੇਲੀ ਦੇ ਕਰੰਟ ਅਫੇਅਰ ਪੈਂਦੇ ਨੇ। ਇਹਦੇ ਉੱਤੇ ਕੰਪਿਊਟਰ, ਐਗਰੀਕਲਚਰ ਤੇ जीके ਦੀ ਵੀਡੀਓਜ਼ ਅਪਡੇਟ ਹੁੰਦੀਆਂ ਰਹਿੰਦੀਆਂ ਨੇ, ਠੀਕ ਹੈ ਜੀ। ਇਹਨੂੰ ਸਬਸਕ੍ਰਾਈਬ ਕਰੋ, ਆਪਣੇ ਯਾਰਾਂ ਦੋਸਤਾਂ ਨਾਲ ਸ਼ੇਅਰ ਕਰੋ ਜੋ ਵੀ ਪਟਵਾਰੀ ਦੀ ਜਾਂ ਕਿਸੇ ਵੀ ਗਵਰਨਮੈਂਟ ਜੌਬ ਦੀ ਤਿਆਰੀ ਕਰਦਾ ਹੈ। ਕਿਸੇ ਵੀ ਤਰੀਕੇ ਦਾ ਸੁਜੈਸ਼ਨ, ਫੀਡਬੈਕ ਜਾਂ ਕਿਊਰੀ ਲਈ ਤੁਸੀਂ ਸਾਡਾ ਇੰਸਟਾਗ੍ਰਾਮ ਹੈਂਡਲ ਫੋਲੋ ਕਰ ਸਕਦੇ ਹੋ। ਤੁਸੀਂ ਸਾਨੂੰ ਇੰਸਟਾਗ੍ਰਾਮ ਗਰੁੱਪ ਦੇ ਵਿੱਚ ਜੁਆਇਨ ਕਰ ਸਕਦੇ ਹੋ। ਤੁਹਾਨੂੰ ਇੱਥੇ ਹਰੇਕ ਨੋਟੀਫਿਕੇਸ਼ਨ ਦੀ PDF ਜੋ ਇਹ ਆਪਣੇ ਕੋਲੇ ਜੋ ਵੀ ਵੀਡੀਓਜ਼ ਬਣਦੀਆਂ ਨੇ ਉਹਨਾਂ ਦੀ PDF ਮਿਲਦੀ ਰਹੇਗੀ। ਜੇ ਤੁਸੀਂ ਕਿਸੇ ਵੀ ਗਵਰਨਮੈਂਟ ਜੌਬ ਦੀ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ, ਕੋਈ ਵੀ ਗਵਰਨਮੈਂਟ ਐਗਜ਼ਾਮ ਦੀ, ਤੇ ਤੁਸੀਂ ਆਫਲਾਈਨ ਬੈਚ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਆ ਦਿੱਤੇ ਗਏ ਕੰਟੈਕਟ ਨੰਬਰ ਤੇ ਕੰਟੈਕਟ ਕਰ ਸਕਦੇ ਹੋ। ਕਲੀਅਰ ਹੈ ਜੀ। ਅੱਜ ਦਾ ਲੈਕਚਰ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਕੀ ਹੈ ਜੀ, ਦ ਆਊਟਪੁੱਟ ਡਿਵਾਈਸਿਸ ਹੁੰਦੀਆਂ ਕੀ ਨੇ? ਦ ਡਿਵਾਈਸਿਸ ਯੂਜ਼ਡ ਫॉर ਸ਼ੋਇੰਗ ਦ ਰਿਜ਼ਲਟ। ਜੋ ਰਿਜ਼ਲਟ ਸ਼ੋ ਕਰਨ ਲਈ ਯੂਜ਼ ਹੁੰਦੀਆਂ ਨੇ ਉਹਨੂੰ ਆਪਾਂ ਕੀ ਕਹਿੰਦੇ ਆ? ਆਊਟਪੁੱਟ ਡਿਵਾਈਸਿਸ। ਜੋ ਰਿਜ਼ਲਟ ਸ਼ੋ ਕਰਨ ਲਈ ਯੂਜ਼ ਹੁੰਦੀਆਂ ਨੇ ਉਹਨੂੰ ਆਪਾਂ ਕੀ ਕਹਿੰਦੇ ਆ? ਆਊਟਪੁੱਟ ਡਿਵਾਈਸਿਸ। आउटपुट कैन बी सॉफ्ट आउटपुट और हार्ड आउटपुट, ठीक है। देखो इतने सॉफ्ट ਤੇ हार्ड ਦਾ मतलब ਕੀ ਹੈ? ਜੇ ਤਾਂ ਆਪਾਂ ਦੇਖੋ ਸਕਰੀਨ ਦੇ ਉੱਤੇ ਕੁਝ ਦੇਖ ਰਹੇ ਹਾਂ ਜਿਹੜੀ ਆਊਟਪੁੱਟ ਨੂੰ ਆਪਾਂ ਟੱਚ ਨਹੀਂ ਕਰ ਸਕਦੇ, ਟੱਚ ਨੂੰ ਮੈंने ਪਹਿਲਾਂ ਵੀ ਕਰਾਇਆ ਸੀ, ਕੀ ਕਹਿੰਦੇ ਨੇ? ਟੈਂਜੀਬਲ। ਜੋ ਟੈਂਜੀਬਲ ਨਹੀਂ ਹੁੰਦੀ ਉਹਨੂੰ ਆਪਾਂ ਕੀ ਕਹਿੰਦੇ ਆ? ਸੌਫਟ ਆਊਟਪੁੱਟ। ਜੋ ਟੈਂਜੀਬਲ ਹੁੰਦੀ ਹੈ, ਜੋ ਆਪਾਂ ਹੱਥ ਲਾ ਸਕਦੇ ਆ, ਉਹਨੂੰ ਕੀ ਕਹਿੰਦੇ ਆ ਆਪਾਂ? ਹਾਰਡ ਆਊਟਪੁੱਟ। ਜਿਵੇਂ ਪ੍ਰਿੰਟਰ ਪ੍ਰਿੰਟ ਕੱਢਦਾ ਹੈ, ਉਹ ਇੱਕ ਪੇਜ ਦੇ ਵਿੱਚ ਕੱਢਦਾ ਨੂੰ ਹੱਥ ਲਾ ਸਕਦੇ ਆ, ਉਹਨੂੰ ਆਪਾਂ ਕੀ ਕਹਿੰਦੇ ਆ? ਹਾਰਡ ਆਊਟਪੁੱਟ। ਤੇ ਜੋ ਸੌਫਟ ਆਊਟਪੁੱਟ ਹੈ, ਜਿਵੇਂ ਸਪੀਕਰ 'ਚੋਂ ਆਵਾਜ਼ ਆਣੀ, ਉਹ ਕੀ ਹੈ? ਇੱਕ सॉफ्ट आउटपुट है। क्लीयर है जी। नैक्सट चलते हैं अगले दी डेफिनेशन की बन सकती है आउटपुट की, आउटपुट डिवाइसिस की। इक्विपमेंट विच कन्वर्ट इनफॉर्मेशन इनटू ह्यूमन रीडेबल फॉर्म। ਇਹਦਾ मतलब ਕੀ ਹੈ ਜੀ? देखो कंप्यूटर का ਆਪਾਂ ਨੂੰ पता है कंप्यूटर किस लैंग्वेज 'ਚ ਕੰਮ ਕਰਦਾ ਹੈ? मशीन लैंग्वेज ਦੇ ਵਿੱਚ। पेपर का क्वेश्चन है कंप्यूटर किस लैंग्वेज ਦੇ ਵਿੱਚ ਕੰਮ ਕਰਦਾ ਹੈ? ਅੱਜ ਵੀ कंप्यूटर मशीन लैंग्वेज ਦੇ ਵਿੱਚ ਕੰਮ ਕਰਦਾ ਹੈ, बट ਜਦੋਂ ਉਹਨੇ आउटपुट ਦੇਣੀ ਹੁੰਦੀ ਹੈ ਤਾਂ ਆਪਾਂ ਨੇ ਪੜ੍ਹਦੇ ਹਾਂ ਤੇ ਆਪਾਂ ਨੂੰ ਮਸ਼ੀਨ ਲੈਂਗੁਏਜ ਕਿੱਥੇ ਆਉਂਦਾ? ਮਸ਼ੀਨ ਲੈਂਗੁਏਜ 0101 ਵਾਲੀ ਹੁੰਦੀ ਹੈ, ਓਕੇ ਜੀ। ਤੇ ਆਪਾਂ ਨੇ ਪੜ੍ਹਨੀਆਂ ਤਾਂ ਆਪ ਹਿਊਮਨ ਰੀਡੇਬਲ ਫਾਰਮ ਦੇ ਵਿੱਚ ਬਣਾ ਕੇ ਦਊਗਾ, ਉਹਨੂੰ ਆਪਾਂ ਕੀ ਕਹਿੰਦੇ ਆ? ਆਊਟਪੁੱਟ ਡਿਵਾਈਸਿਸ। ਇਹ ਕੀ ਹੋ ਸਕਦੇ ਨੇ? ਇਟ ਕੈਨ ਬੀ ਟੈਕਸਟ ਹੋ ਸਕਦਾ ਹੈ, ਗ੍ਰਾਫਿਕਸ ਹੋ ਸਕਦੇ ਨੇ, ਆਡੀਓ ਹੋ ਸਕਦੀ ਹੈ, ਜਾਂ ਫਿਰ ਕੋਈ ਵੀ ਵੀਡੀਓ ਹੋ ਸਕਦੀ ਹੈ। ਨੈਕਸਟ ਆਪਣੇ ਕੋਲੇ ਕੀ ਹੈ ਜੀ? ਆਪਣੀ ਫਸਟ ਆਊਟਪੁੱਟ ਡਿਵਾਈਸ ਕਿਹੜੀ ਆ? ਮੋਨੀਟਰ। ਦੇਖੋ ਮੋਨੀਟਰ ਹੋ ਗਿਆ ਤੇ ਪ੍ਰਿੰਟਰ ਹੋ ਗਿਆ। ਇਹਦੇ ਵਿੱਚੋਂ ਪੇਪਰ ਬਹੁਤ ਜ਼ਿਆਦਾ ਪੁੱਛਿਆ ਜਾਂਦਾ ਹੈ, इट प्रेजेंट्स आउटपुट विजुअली ऑन कंप्यूटर स्क्रीन। यह एक विजुअली मतलब देखने वाला, यह देखने वाली फॉर्म के कंप्यूटर की स्क्रीन के उत्ते आउटपुट दिंदा है कौन? मोनीटर। ਇਹਦਾ एक होर नाम भी है VDU, विजुअल डिस्प्ले यूनिट। ये भी याद रखियो, ਇਹਦਾ एक होर नाम की है विजुअल डिस्प्ले यूनिट। द आउटपुट अपीयर्स टैंपरेरली। देखो ये ध्यान वाली गल देने वाली गल है कि ਇਹਦੇ ਵਿੱਚ ਜਿਹੜੀ आउटपुट ਹੁੰਦੀ है टैंपरेरी ਹੁੰਦੀ है ਤੇ अल्टर्ड या इरेज हो सकती है। अल्टर्ड मतलब बदली जाती है उस बाद, या इरेज हो जाती है। इमेज इज बीइंग फॉर्म्ड बाय लाइटिंग अप द प्रॉपर कॉन्फिगरेशन ऑफ पिक्सल। देखो पिक्सल की होंगे ने, मान लो थोड़ी कोई टीवी स्क्रीन है, ये छोटे 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 पिक्सल नहीं, ठीक है। उन्होंने आप डॉट्स की कहने आप पिक्सल। हुण डॉट की बनाते हैं? एक मैट्रिक्स फॉर्म के होंगे ने। डॉट एक मैट्रिक्स फॉर्म के होंगे ने। मैट्रिक्स का मतलब आ होंगे जिवें आ है, ठीक है। मान लो आ है मैट्रिक्स फॉर्म होगी एक, तो जिन्नी ये पिक्सल ज़्यादा होंगे एक मैट्रिक्स के विच, ठीक है, उन्नी ही अपने क्लीयर जो पिक्चर क्वालिटी है वो आऊगी। इनू की कहने आप
ਆ ਜਿਹੜੇ ਇੱਕ ਇੱਕ ਛਾਪ ਰਹੇ ਨੇ ਇਹ ਕੀ ਨੇ ਪਿਕਸਲ ਤੇ ਪੂਰਾ ਮਿਲ ਕੇ ਜਦੋਂ ਇੱਕ ਸਕਰੀਨ ਦੇ ਉੱਤੇ ਆ ਜਾਂਦੇ ਨੇ ਉਹਨੂੰ ਆਪਾਂ ਕੀ ਕਹਿੰਦੇ ਆ ਜੀ ਰੈਜ਼ੋਲੂਸ਼ਨ। ਰੈਜ਼ੋਲੂਸ਼ਨ ਇਜ਼ ਦਾ ਕੰਬੀਨੇਸ਼ਨ ਆਫ ਪਿਕਸਲ। ਆਪਾਂ ਕਹਿੰਦੇ ਨਾ 1280 ਤੇ 720 ਦਾ ਹੈ ਤਾਂ ਇਹਦਾ ਮਤਲਬ ਕੀ ਹੁੰਦਾ 1280 ਇਸ ਤਰੀਕੇ ਨਾਲ ਨੇ 720 ਇਸ ਤਰੀਕੇ ਨਾਲ ਨੇ ਇੱਥੇ ਭਰੇ ਹੋਏ ਨੇ ਸਾਰੇ, ਠੀਕ ਹੈ ਜੀ। ਜਿੰਨੀ ਜਿੰਨੀ ਉਹ ਨੇੜੇ ਹੋਣਗੇ ਉਹਨਾਂ ਕੀ ਹੋਊਗਾ ਆਪਣਾ ਪਿਕਸਲ ਨੇੜੇ ਹੋਊਗਾ ਤੇ ਨੇੜੇ ਨਾਲ ਕੀ ਹੋਊਗੀ ਆਪਣੀ ਕੁਆਲਿਟੀ ਉਨੀ ਹਾਈ ਹੋ ਜਾਊਗੀ। ਕਲੀਅਰ ਹੈ ਜੀ। ਤਾਂ ਰੈਜ਼ੋਲੂਸ਼ਨ ਕੀ ਹੁੰਦਾ ਪਿਕਸਲ ਦਾ ਅਰੇਂਜਮੈਂਟ ਹੁੰਦਾ। ਪਿਕਸਲ ਆਰ ਅਰੇਂਜਿੰਗ ਇਨ ਦਾ ਫਾਰਮ ਆਫ ਮੈਟ੍ਰਿਕਸ। ਪਿਕਸਲ ਕਿਸ ਦੇ ਵਿੱਚ ਹੁੰਦੇ ਨੇ ਮੈਟ੍ਰਿਕਸ ਫਾਰਮ ਦੇ ਵਿੱਚ ਹੁੰਦੇ ਨੇ। ਮੈਟ੍ਰਿਕਸ ਮੈਂ ਤੁਹਾਨੂੰ ਦੱਸ ਚੁੱਕਿਆ ਵੀ ਜਿਵੇਂ ਇੱਕ ਆ ਤਿੰਨ, ਠੀਕ ਹੈ, ਆ ਤਿੰਨ ਤਿੰਨ ਦੀ ਮੈਟ੍ਰਿਕਸ ਹੈ, ਠੀਕ ਹੈ ਜੀ। ਇੱਕ ਪੇਪਰ 'ਚ ਕੁਐਸਚਨ ਆ ਸਕਦਾ ਪ੍ਰਾਇਮਰੀ ਕਲਰ ਕਿਹੜੇ ਹੁੰਦੇ ਨੇ। ਸੋ ਇਨ ਕਲਰ ਟੈਲੀਵਿਜ਼ਨ ਕਲਰ ਦੇ ਵਿੱਚ ਕਿਹੜੇ ਹੁੰਦੇ ਨੇ ਜੀ ਤਿੰਨ ਬੇਸਿਕ ਜਾਂ ਪ੍ਰਾਇਮਰੀ ਕਲਰ ਰੈੱਡ ਗ੍ਰੀਨ ਬਲੂ। ਇਹਨੂੰ ਕਿਤੇ ਕਿਤੇ RGB ਵੀ ਲਿਖਿਆ ਜਾਂਦਾ ਹੈ। ਕਲੀਅਰ ਹੈ ਜੀ। ਇਹਨੂੰ RGB ਵੀ ਲਿਖਿਆ ਜਾਂਦਾ। ਤੁਸੀਂ ਦੇਖਿਆ ਉਹ ਪਹਿਲਾਂ ਦੇ ਜ਼ਮਾਨੇ ਦੇ ਵਿੱਚ ਜਿਹੜਾ ਟੀਵੀ ਆਉਂਦਾ ਸੀਗਾ, ਠੀਕ ਹੈ, ਕੁਝ ਇਸ ਤਰੀਕੇ ਦਾ ਹੁੰਦਾ ਜੀ। ਉਹ ਕਿਹਦੇ ਤੇ ਕੰਮ ਕਰਦਾ ਸੀ ਉਹ CRT ਤੇ ਕੈਥੋਡ ਰੇ। ਆਪਾਂ ਅੱਗੇ ਪੜਾਂਗੇ ਇਹਦੇ ਬਾਰੇ। ਕੈਥੋਡ ਰੇ ਟਿਊਬ ਸੀਗੀ ਉਹਦੇ ਵਿੱਚ ਇੱਥੇ ਇਲੈਕਟ੍ਰੋਨਸ ਹੁੰਦੇ ਸੀਗੇ। ਇੱਥੇ ਇਲੈਕਟ੍ਰੋਨ ਜਦੋਂ ਜਾਂਦੇ ਸੀ ਇੱਥੇ ਕੱਲੇ ਕੱਲੇ ਪਿਕਸਲ ਨੂੰ ਚਾਰਜ ਕਰਦੇ ਸੀ, ਕੱਲੇ ਕੱਲੇ ਪਿਕਸਲ ਨੂੰ ਚਾਰਜ ਕਰਦੇ ਸੀਗੇ ਤਾਂ ਉਹ ਪਿਕਸਲ ਕੀ ਸੀ ਆਪਣੀ ਇਮੇਜ ਬਣਾਉਂਦਾ ਸੀ। ਇਹ ਇਸ ਤਰੀਕੇ ਨਾਲ ਅੱਗੇ ਪਿੱਛੇ ਜੋ ਇਲੈਕਟ੍ਰੋਨਿਕ ਬੀਮ ਸੀ ਇਲੈਕਟ੍ਰਿਕ ਬੀਮ ਸੀ ਇਹ ਅੱਗੇ ਪਿੱਛੇ ਕਰਦੀ ਰਹਿੰਦੀ ਸੀ। ਹੁਣ ਮੈਂ ਤਾਂ ਦੱਸਿਆ ਜੋ ਅੱਗੇ ਪਿੱਛੇ ਕਰਦੀ ਸੀ ਇਹਨੂੰ ਕੀ ਕਹਿੰਦੇ ਨੇ ਜੀ ਰਿਫਰੈਸ਼ ਰੇਟ। ਇੱਕ ਸਕਰੀਨ ਬਾਰ-ਬਾਰ ਮਤਲਬ ਉਹੀ ਕੰਟੈਂਟ ਦੁਬਾਰਾ ਸ਼ੋਅ ਕਰ ਰਹੀ ਹੈ ਉਹਨੂੰ ਆਪਾਂ ਕੀ ਕਹਤਾ ਰਿਫਰੈਸ਼ ਰੇਟ। ਤਾਂ ਪੇਪਰ 'ਚ ਕੁਐਸਚਨ ਆ ਜਾਂਦਾ ਕਿਹੜੀ ਕੁਆਲਿਟੀ ਹੈ ਜਿਹਦੇ ਨਾਲ ਇਮੇਜ ਹੋਰ ਸਾਫ਼ ਆਉਂਦੀ ਹੈ ਤਾਂ ਉਹ ਹੈ ਰਿਫਰੈਸ਼ ਰੇਟ। ਨੈਕਸਟ ਆਪਣੇ ਕੋਲੇ ਮੋਨੀਟਰ 2 ਟਾਈਪਸ ਦੇ ਹੁੰਦੇ ਨੇ ਕਿਹੜੇ ਮੋਨੋਕ੍ਰੋਮਿਕ ਤੇ ਕਲਰਡ। ਮੋਨੋਕ੍ਰੋਮਿਕ ਕਲਰ ਜਿਹਦੇ ਵਿੱਚ ਮੋਨੋ ਦਾ ਮਤਲਬ ਹੁੰਦਾ ਜੀ ਇੱਕ, ਮੋਨੋਕ੍ਰੋਮਿਕ ਇਹਦੇ ਵਿੱਚ ਮਤਲਬ ਕੀ ਹੋਇਆ ਇੱਕ ਟਾਈਮ ਤੇ ਉਹ ਸਿਰਫ ਇੱਕ ਕਲਰ ਦਿਖਾਉਂਦਾ ਸੀ। ਮੇਨਲੀ ਉਹਦੇ ਵਿੱਚ ਦੋ ਕਲਰ ਹੁੰਦੇ ਸੀਗੇ, ਠੀਕ ਹੈ, ਕਿਹੜੇ ਬਲੈਕ ਤੇ ਵਾਈਟ। ਬਟ ਇੱਕ ਟਾਈਮ ਤੇ ਉਹ ਇੱਕੋ ਹੀ ਕਲਰ ਇੱਕ ਪਿਕਸਲ ਇੱਕੋ ਹੀ ਕਲਰ ਸ਼ੋਅ ਕਰਦਾ ਸੀ। ਮੰਨ ਲਓ 2 ਪਿਕਸਲ ਨੇ ਤਾਂ ਇਹ ਬਲੈਕ ਸ਼ੋਅ ਕਰੂਗਾ ਇਹ ਵਾਈਟ ਸ਼ੋਅ ਕਰੂਗਾ। ਇਸ ਤਰੀਕੇ ਦਾ ਹੁੰਦਾ ਸੀਗਾ ਜੀ ਇਹ। ਉਹ ਕਹਿੰਦੇ ਨੇ ਮੋਨੋਕ੍ਰੋਮਿਕ ਕਲਰ। ਤੁਹਾਨੂੰ ਪਤਾ ਹੀ ਹੈ, ਦੇਖੋ ਆਹ ਹੈ ਮੋਨੋਕ੍ਰੋਮਿਕ, ਆਹ ਹੈ ਕਲਰ। ਅੱਜ ਕੱਲ੍ਹ ਆਪਾਂ LCD ਤੇ LED ਜ਼ਿਆਦਾ ਯੂਜ਼ ਕਰਨ ਲੱਗ ਗਏ। ਹੁਣ ਪੇਪਰ 'ਚ ਇਹਦੀ ਫੁੱਲ ਫਾਰਮ ਆ ਜਾਂਦੀ ਹੈ। LCD ਦੀ ਫੁੱਲ ਫਾਰਮ ਕੀ ਹੈ ਜੀ LCD ਲਿਕੁਇਡ ਕ੍ਰਿਸਟਲ ਡਿਸਪਲੇ। ਤੇ LED ਦੀ ਫੁੱਲ ਫਾਰਮ ਕੀ ਹੈ ਜੀ ਲਾਈਟ ਐਮਿਟਿੰਗ ਡਾਇਡ, ਠੀਕ ਹੈ ਜੀ, ਲਾਈਟ ਐਮਿਟਿੰਗ ਡਾਇਡ। अर्लीयर टाइम वी वर यूज्ड ਸਕਰੀਨ ਇੱਥੇ ਐਕਚੁਅਲੀ CRT ਆਊਗਾ ਜੀ। CRT ਜਿਹੜੀ ਆਹ ਟੈਕਨੋਲੋਜੀ ਹੈ ਨਾ ਆਹ ਟੈਕਨੋਲੋਜੀ ਨੂੰ ਆਪਾਂ ਕੀ ਕਹਿੰਦੇ ਆ CRT ਦੀ ਫੁੱਲ ਫਾਰਮ ਕੀ ਹੈ ਜੀ ਕੈਥੋਡ ਰੇ ਟਿਊਬ, ਠੀਕ ਹੈ ਜੀ। अर्लीयर टाइम वी वर यूज्ड CRT ਸਕਰੀਨ ਯੂਜ਼ ਕਰਦੇ ਸੀ। ਇਹਨੂੰ ਟੈਕਨੋਲੋਜੀ ਨੂੰ CRT ਕਹਿੰਦੇ ਨੇ। ਇੱਕ ਪੇਪਰ 'ਚ ਕੁਐਸਚਨ ਹੋਰ ਆਉਂਦਾ ਇੱਕ ਮੋਨੀਟਰ ਦੇ ਰਿਗਾਰਡਿੰਗ VGA ਦੀ ਫੁੱਲ ਫਾਰਮ ਕੀ ਹੈ ਜੀ ਵੀਡੀਓ ਗ੍ਰਾਫਿਕਸ ਐਰੇ। ਇਹ ਇੱਕ ਤਰੀਕੇ ਦੀ ਪੋਰਟ ਹੁੰਦੀ ਹੈ ਜੀ। ਲੱਗੀ ਕਿੱਥੇ ਹੁੰਦਾ ਤੁਸੀਂ ਕਦੇ ਕਨੈਕਟ ਕੀਤਾ ਹੋ ਜਦੋਂ ਇੱਥੇ ਜੇ ਇੱਕ ਕਨੈਕਟ ਕਰਨ ਲਈ ਪੋਰਟ ਲੱਗੀ ਹੁੰਦੀ ਆ ਉਹਨੂੰ ਆਪਾਂ ਕੀ ਕਹਿੰਦੇ ਆ VGA। ਕੁਝ ਇਸ ਤਰੀਕੇ ਦੀ ਹੁੰਦੀ ਹੈ ਲੰਬੀ ਜਿਹੀ ਹੁੰਦੀ ਹੈ ਇਹਦੇ ਵਿੱਚ ਪਿੰਸ ਹੁੰਦੀਆਂ ਨੇ ਕੁਝ, ਉਹਨੂੰ ਆਪਾਂ ਕੀ ਕਹਿੰਦੇ ਆ VGA ਵੀਡੀਓ ਗ੍ਰਾਫਿਕਸ ਐਰੇ। ਉਹ ਤੋਂ ਬਾਅਦ ਨੈਕਸਟ ਆਪਣੇ ਕੋਲੇ ਕਿਹੜਾ ਆਉਂਦਾ ਜੀ ਪ੍ਰਿੰਟਰ। ਦ ਡਿਵਾਈਸ ਯੂਜ਼ ਟੂ ਟੇਕ ਦ ਆਊਟਪੁੱਟ। ਜਿਹੜੀ ਆਊਟਪੁੱਟ ਲੈਣ ਲਈ ਯੂਜ਼ ਹੁੰਦੀ ਆ ਫਰੋਮ ਦ CPU ਤੋਂ ਆਊਟਪੁੱਟ ਲੈਂਦੀ ਆ ਉਹਨੂੰ ਕੀ ਕਹਿੰਦੇ ਨੇ ਪ੍ਰਿੰਟਰ। ਇਟ ਗਿਵ ਦ ਹਾਰਡ ਕਾਪੀ। ਇਹ ਇੱਕ ਹਾਰਡ ਕਾਪੀ ਦਿੰਦਾ। ਮੈਂ ਤੁਹਾਨੂੰ ਕਿਹਾ ਸੀ ਨਾ ਪ੍ਰਿੰਟਰ ਕੀ ਦਿੰਦਾ ਇੱਕ ਹਾਰਡ ਕਾਪੀ ਦਿੰਦਾ, ਇਹ ਹੱਥ ਦੇ ਵਿੱਚ ਦਿੰਦਾ ਆਫ ਆਊਟਪੁੱਟ। ਇਹ ਇੱਕ ਹਾਰਡ ਕਾਪੀ ਦਿੰਦਾ ਆਊਟਪੁੱਟ ਦੀ। ਕਲੀਅਰ ਜੀ। देयर आर 2 टाइप्स ऑफ मेनली ਪ੍ਰਿੰਟਰ। ਦੇਖੋ 2 ਟਾਈਪ ਦੇ ਪ੍ਰਿੰਟਰ ਹੁੰਦੇ ਨੇ, ਇੱਕ ਇੰਪੈਕਟ ਪ੍ਰਿੰਟਰ ਇੱਕ ਨਾਨ ਇੰਪੈਕਟ ਪ੍ਰਿੰਟਰ। ਇੰਪੈਕਟ ਨੂੰ ਜੇ ਆਪਾਂ ਪੰਜਾਬੀ 'ਚ ਕਹੀਏ ਇੱਕ ਹੁੰਦਾ ਛਾਪ ਛੱਡਣਾ। ਪੰਜਾਬੀ 'ਚ ਛਾਪ ਛੱਡਣ ਨੂੰ ਕੀ ਕਹਿੰਦੇ ਨੇ ਇੰਗਲਿਸ਼ 'ਚ ਛਾਪ ਛੱਡਣਾ ਮਤਲਬ ਇੰਪੈਕਟ ਕਰਨਾ। ਨਾਨ ਇੰਪੈਕਟ ਦਾ ਮਤਲਬ ਛਾਪ ਨਾ ਕਰਨਾ। ਹੁਣ ਦੇਖੋ ਨਾਨ ਇੰਪੈਕਟ ਤੇ ਇੰਪੈਕਟ ਦੇ ਵਿੱਚ ਮੇਨ ਫਰਕ ਕੀ ਹੈ। ਮੰਨ ਲਓ ਪੇਪਰ ਹੈ ਕੋਈ ਤਾਂ ਇੰਪੈਕਟ ਦੇ ਵਿੱਚ ਕੀ ਹੋਊਗਾ ਕੋਈ ਹੈਮਰ ਹੋਊਗਾ, ਕੋਈ ਹੈਮਰ ਮਤਲਬ ਹਥੌੜਾ ਲਾ ਲਓ ਜਾਂ ਕੁਝ ਵੀ ਲਗਾ ਲਓ ਹਥੌੜੇ ਵਰਗੀ ਚੀਜ਼, ਉਹ ਡਾਇਰੈਕਟ ਇਹਦੇ ਉੱਤੇ ਹਿੱਟ ਕਰੂਗੀ। ਇਹਦੇ ਉੱਤੇ ਇੱਕ ਰਿਬਨ ਲੱਗਿਆ ਹੋਊਗਾ। ਦੇਖੋ ਮੇਨਲੀ ਪਰਪਸ ਮਤਲਬ ਮੈਕੈਨਿਜ਼ਮ ਕੀ ਹੈ, ਇਹਦੇ ਉੱਤੇ ਕੋਈ ਰਿਬਨ ਲੱਗਿਆ ਹੋਊਗਾ ਜਿਹਦੇ ਵਿੱਚ ਠੀਕ ਹੈ ਜਿਹਦੇ ਵਿੱਚ ਅੱਖਰ ਹੋਣਗੇ ਜਾਂ ਫਿਰ ਜੋ ਇੱਥੇ ਹੈਮਰ ਹੋਊਗਾ ਉਹਦੇ ਵਿੱਚ ਹੀ ਅੱਖਰ ਹੋਣਗੇ ਤਾਂ ਡਾਇਰੈਕਟ ਟੱਚ ਹੋਊਗਾ। ਜਦੋਂ ਟੱਚ ਮਾਰਿਆ ਇਹਨੇ ਟੱਚ ਮਾਰਿਆ ਤਾਂ ਜੋ ਵੀ ਅੱਖਰ ਹੈ ਉੱਥੇ ਛਪ ਜੂਗਾ। ਬਟ ਨਾਨ ਇੰਪੈਕਟ ਪ੍ਰਿੰਟਰ ਦੇ ਵਿੱਚ ਇਹਦੇ ਵਿੱਚ ਡਾਇਰੈਕਟ ਟੱਚ ਨਹੀਂ ਹੁੰਦਾ। ਇਹਦੇ ਵਿੱਚੋਂ ਕਿਸੇ ਤਰੀਕੇ ਨਾਲ ਇੰਕ ਆਉਂਦੀ ਹੈ
इंक इत्थे छप जाती है। ठीक है जी, इंक आती है, इंक छप जाती है। क्लीयर जी। ये डायरैक्ट टच होंगे, ये बहुत ज़्यादा नॉइजी होंगे ने, ये घट नॉइजी होंगे ने, मतलब घट की ना मात्र नॉइजी होंगे ने नॉन इंपैक्ट प्रिंटर। अगे आप ये बारे डिटेलिंग करांगे। सब तो पहला की है जी इंपैक्ट प्रिंटर की होंगे ने। इंपैक्ट प्रिंटर्स आर प्रिंटर्स विच वर्क बाय क्रिएटिंग अ डायरैक्ट कंटैक्ट। देखो डायरैक्ट कंटैक्ट बनाते हैं कि इंक ते रिबन एंड पेपर। देखो ये पेपर है, रिबन है, ये की आ जूगी। ठीक है जी, जो थोड़ा वजया तो इंक के नाल लग के जो भी है छप जूगा। क्लीयर है जी। डायरैक्ट लिंक बनाते हैं। दीज प्रिंटर्स आर नॉइसी, ये बहुत ज़्यादा नॉइसी होंगे ने। नॉइसी मतलब आवाज़ करने वाले, नॉइसी मतलब आवाज़ करने वाले, पर फिर भी चलते सीगे। क्यों? क्योंकि अपन लोड सीगी। इंपैक्ट प्रिंटर्स हैव मकैनिकल सॉरी इंपैक्ट प्रिंटर हैव मकैनिकल मूविंग पार्ट। ये मकैनिकल मूविंग पार्ट होंगे जी। अल्फाबैट प्रिंटड ऑन हैमर। देखो जो पुछ ले अल्फाबैट कितने प्रिंट होंगे सी, अल्फाबैट हैमर से प्रिंट होंगे सी। हैमर उही जो आप उत्ते मारते हैं। क्लीयर है जी। नैक्सट अपने को सम इंपोर्टेंट इंपैक्ट प्रिंटर किहड़े इंपैक्ट प्रिंटर से, जिमें कि डॉट मैट्रिक्स। पेपर के बहुत ज़्यादा पूछा जाता डॉट मैट्रिक्स क्यों कहते हैं। मान लो मैंने ए लिखना तो ये इस तरीके ਨਾਲ लिखता ਸੀਗਾ, डॉट्स की फॉर्म के लिखता जी, ਤਾਂ ਕਰਕੇ ਇਹਨੂੰ डॉट मैट्रिक्स कहते हैं जी। अ रो ऑफ पिन्स, एक पिन ਦੀਆਂ रोज ਹੁੰਦੀਆਂ ਸੀ विच स्ट्राइक ऑन रिबन, ਜਿਹੜੀਆਂ रिबन ਦੇ ਉੱਤੇ ਪੈਂਦੀਆਂ ਸੀ ਐਟ पेपर्स अपर साइड। ठीक है, पेपर के उपरले पासे। अ ग्रुप ऑफ मैट्रिक्स प्रिंट। देखो मैं की किया भी मैट्रिक्स क्यों कहें डॉट मैट्रिक्स। एक मैट्रिक्स का जो प्रिंट सीगा, एक ग्रुप सीगा मैट्रिक्स का जो प्रिंट होंदा सी ऑन पेज करैक्टर्स और इमेज प्रिंटड। ये करैक्टर भी प्रिंट होंदे सी ते इमेज भी प्रिंट होंदे सी। ठीक है, स्लो सी नॉइजी सीगा, ये बहुत ज़्यादा स्लो सी नॉइजी सीगा। ये देखो ये टाइप है, ये हैगी डॉट मैट्रिक्स की टाइप। अगली कादी है जी ये डेजी व्हील की। पेपर के आता है कि वह किहड़ा है जिहदे राउंड शेप के होंदा हैमर, राउंड शेप के आ देखो थोड़ा तुहानूं दिख रहा होगा, ये राउंड शेप के हैमर है, ये इधर उधर मूव करता है। ठीक है, नाले आप मूव करता नाले इधर उधर मूव करता है। इन्हूं की कहते हैं डेजी व्हील। इट इज़ टाइप लाइक, इट इज़ टाइपिंग लाइक टाइप राइटर। ये टाइप राइटर की तरह काम करता। देखो देखने के लगता टाइप राइटर, उस तरह ये काम करता। ये क्वालिटी ज़्यादा होंदी सी जी। दैन डॉट मैट्रिक्स तो ज़्यादा वधिया क्वालिटी ये होंदी सी। अगे आ गई जी नॉन इंपैक्ट प्रिंटर। देयर इज़ नो मैकेनिज्म लाइक इंपैक्ट प्रिंटर, नो नॉइजी पार्ट। ये किसी भी तरीके का कोई आवाज़ करने वाला पार्ट नहीं सी, ते ये इंपैक्ट प्रिंटर की तरह डायरैक्ट टच नहीं करता सी। इंक इज़ डायरैक्टली यूज इन नॉन इंपैक्ट प्रिंटर। ये डायरैक्टली इंक यूज होंदी सी जी। इट यूज इज इलैक्ट्रोस्टैटिक। ये कुछ कैमिकल भी यूज होती थी पहला। ठीक है जी, ये कुछ कैमिकल यूज होंगे सी फॉर प्रिंटिंग लई। ਇਹਦੀ ਪ੍ਰਿੰਟਿੰਗ ਬਹੁਤ ਜ਼ਿਆਦਾ ਹਾਈ ਸੀਗੀ ਜੀ। ਇਹਦੀ ਪ੍ਰਿੰਟਿੰਗ ਉਹਦੇ ਨਾਲੋਂ ਬਹੁਤ ਜ਼ਿਆਦਾ ਹਾਈ ਸੀ, ਕਿਹਦੇ ਨਾਲੋਂ? ਇੰਪੈਕਟ ਪ੍ਰਿੰਟਰਸ ਨਾਲੋਂ। ਕੋਸਟਲੀ ਹੁੰਦਾ ਸੀ ਪਰ ਇਹਦੇ ਵਿੱਚ ਕੁਆਲਿਟੀ ਸੀਗੀ ਤਾਂ ਕਰਕੇ ਵਧੀਆ ਸੀ, ਤਾਂ ਕਰਕੇ ਆਪਾਂ ਨੂੰ ਕੋਸਟ ਰੜਕਦੀ ਨਹੀਂ ਸੀਗੀ। ਜਿਹੜੇ ਅੱਜ ਕੱਲ੍ਹ ਆਪਾਂ ਨੌਨ ਇੰਪੈਕਟ ਪ੍ਰਿੰਟਰ ਹੀ ਜ਼ਿਆਦਾ ਯੂਜ਼ ਕਰ ਰਹੇ ਹਾਂ, ਜਿਵੇਂ ਕਿ ਇੰਕਜੈਟ ਪ੍ਰਿੰਟਰ। ਇੰਕਜੈਟ ਦੇ ਵਿੱਚ ਕਹਿੰਦਾ ਇੰਕ ਥਰੋ ਔਨ ਪੇਜ ਇਨ ਸਮਾਲ ਡਾਟ ਫਾਰਮਸ। ਛੋਟੀ ਛੋਟੀ ਡਾਟ ਫਾਰਮ ਦੇ ਵਿੱਚ ਪੇਜ ਤੇ ਇੰਕ ਦਿੱਤੀ ਜਾਂਦੀ ਹੈ। ਠੀਕ ਹੈ ਜੀ, गुड क्वालिटी। ये क्वालिटी बहुत ज़्यादा इमेज का देखो, ये फोटो देख लो। इट वॉज कनैक्टेड विद पैरलर पोर्ट्स। ये पहला पैरलर पोर्ट्स के नाल कनैक्ट किया जाता है, बट अजकल ये USB पोर्ट्स आने लग गए। USB की फुल फॉर्म की होंगी है जी यूनीवर्सल सीरियल। अजकल ये USB पोर्ट आने लग गया, पहले ये पैरलर पोर्ट्स होंगे सी। नैक्सट अपने को जी लेजर प्रिंटर। नैक्सट अपने को लेजर प्रिंटर द डाटा गिवन बाय प्रोसैसर यूज लेजर रेज एंड चार्ज द ड्रम। देखो जो लेजर रेज सीगियां की करदियां सीगियां, डाटा लैंदियां सीगियां। CPU तो कोई डाटा लिया, वो कोरसपोंडिस ड्रम ਨੂੰ चार्ज करता। ठीक है जी, ड्रम ਨੂੰ चार्ज करता। ये फोटो है। ड्रम हैव टोनर। ड्रम के टोनर होंदा सी। टोनर वो होंदा जिहदे इंक पैंदी है, विच ड्यू टू हीट विद ड्रम। जो हीट पैंदी सीगी तो की कहते वैन इट रोटेट द इंक कम्स ऑन द पेज। जो टोनर के ड्रम जो ड्रम आया, ठीक है जी, जो ड्रम से ड्रम में हीट मिली, लेजर करके वो चार्ज होया, उन्हें टोनर तो इंक ली तो घूमना शुरू करता। घूमते घूमते वो
ਇੰਕ ਕਮਸ ਔਨ ਦ ਪੇਜ। ਘੁੰਮਦੇ ਘੁੰਮਦੇ ਉਹ ਇੰਕ ਸਿੱਟਦਾ ਸੀ, ਜਿਹੜੀ ਜਿਹੜੀ ਉਹਨੂੰ ਇੰਸਟਰਕਸ਼ਨ ਮਿਲੀ ਹੋਈ ਸੀ CPU ਤੋਂ, ਉਸ ਤਰੀਕੇ ਨਾਲ ਉਹ ਪੇਜ ਦੇ ਉੱਤੇ ਇੰਕ ਡ੍ਰੌਪ ਕਰਦਾ ਜਾਂਦਾ ਸੀਗਾ। ਠੀਕ ਹੈ ਜੀ, ਇਸ ਤਰੀਕੇ ਨਾਲ ਪੇਜ ਫਾਰਮ ਹੁੰਦਾ ਸੀਗਾ ਜਾਂ ਪ੍ਰਿੰਟ ਹੁੰਦਾ ਸੀਗਾ। ਡਿਫਰੈਂਟ ਟਾਈਪਸ ਐਂਡ ਡਿਫਰੈਂਟ ਸਟਾਈਲਸ ਕੈਨ ਪ੍ਰਿੰਟਡ। ਇਹਦੇ ਵਿੱਚ ਚਾਹੇ ਆਪਾਂ ਟੈਕਸਟ ਕਰ ਲਈਏ, ਚਾਹੇ ਆਪਾਂ ਇਮੇਜ ਕਰ ਲਈਏ, ਚਾਹੇ ਕੋਈ ਵੀ ਚੀਜ਼ ਕਰ ਲਈਏ, ਸਾਰੀਆਂ ਪ੍ਰਿੰਟ ਹੁੰਦੀਆਂ ਸੀ। ਠੀਕ ਹੈ ਜੀ। ਦੇਖੋ ਇਹ ਤੋਂ ਇਲਾਵਾ ਵੀ ਕੁਝ ਹੋਰ ਟਾਈਪ ਦੇ ਪ੍ਰਿੰਟਰ ਨੇ, ਸਮ ਅਦਰ ਪ੍ਰਿੰਟਰਸ, ਜਿਵੇਂ ਕਿ ਥਰਮਲ ਪ੍ਰਿੰਟਰ। ਦੇਖੋ ਇਹਦੇ ਵਿੱਚ ਪੇਪਰ 'ਤੇ ਪੁੱਛਿਆ ਗਿਆ ਕੁਐਸਚਨ ਕਿ ਜੋ ਕੋਈ ਮਾਲ ਦੇ ਵਿੱਚ ਗਏ ਤੁਸੀਂ, ਕੋਈ ਤੁਹਾਨੂੰ ਫਿਲਮ ਦੀ ਟਿਕਟ ਮਿਲੀ, ਠੀਕ ਹੈ ਜੀ, ਜਾਂ ਤੁਸੀਂ ਆਪਣੀ ਪਾਰਕਿੰਗ ਦੀ ਟਿਕਟ ਲਈ ਜਾਂ ਫਿਰ ਬੱਸ ਸਟੈਂਡ ਦੀ ਟਿਕਟ ਲਈ, ਤਾਂ ਉਹ ਕਿਹੜੇ ਪ੍ਰਿੰਟਰ ਤੋਂ ਦਿੱਤੀ ਜਾਂਦੀ ਹੈ? ਉਹ ਕਿਹੜੇ ਪ੍ਰਿੰਟਰ ਤੋਂ ਦਿੱਤੀ ਜਾਂਦੀ ਹੈ? ਥਰਮਲ ਪ੍ਰਿੰਟਰ ਤੋਂ ਦਿੱਤੀ ਜਾਂਦੀ ਹੈ। ਇਹਦੇ ਵਿੱਚ ਫਾਇਦਾ ਕੀ ਹੁੰਦਾ ਜੀ? ਇਹਦੇ ਵਿੱਚ ਇੰਕ ਨਹੀਂ ਪੈਂਦੀ, ਇਹਦੇ ਵਿੱਚ ਇੰਕ ਨਹੀਂ ਪੈਂਦੀ। ਕਲੀਅਰ ਹੈ ਜੀ। ਹੁਣ ਇਹ ਛਪਦਾ ਕਿਵੇਂ ਹੈ? ਤੁਸੀਂ ਕਦੇ ਆਪ ਐਕਸਪੈਰੀਮੈਂਟ ਕਰਕੇ ਦੇਖਿਓ। ਕੋਈ ਬੱਸ ਦੀ ਟਿਕਟ ਲਿਓ, ਬੱਸ ਦੀ ਟਿਕਟ ਦੇ ਵਿੱਚ ਜਿਹੜੇ ਪਾਸੇ ਆ ਛਪਿਆ ਹੁੰਦਾ ਉਸ ਦੇ ਉੱਤੇ ਕਿਸੇ ਵੀ ਤਿੱਖੀ ਚੀਜ਼ ਨਾਲ, ਜਿਹੜੀ ਕਿ ਉਹਨੂੰ ਫਾੜੇ ਨਾ, ਪੈਨ ਵਰਗੀ, ਵੀ ਖਾਲੀ ਪੈਨ ਜਾਂ ਪੈਨਸਲ ਲਗਾ ਕੇ, ਜਾਂ ਪੈਨਸਲ ਦਾ ਪੁੱਠਾ ਪਾਸਾ ਉਹਦੇ ਉੱਤੇ ਐਂ ਲਕੀਰ ਮਾਰ ਕੇ ਦੇਖਿਓ, ਆਪੇ ਬਲੈਕ ਬਲੈਕ ਹੋ ਜਾਊਗਾ। ਠੀਕ ਹੈ ਜੀ। ਇੱਥੋਂ ਕੀ ਪਤਾ ਲੱਗਦਾ? ਇਹਦੇ ਵਿੱਚ ਇੰਕ ਨਹੀਂ ਪੈਂਦੀ। ਅਤੇ ਇਹ ਜੋ ਆਪਣੇ ਇਹਦੇ ਸਮਾਨ ਹੁੰਦਾ, ਮਤਲਬ ਇਹਦੇ ਵਿੱਚ ਜੋ ਲਿਖਿਆ ਹੁੰਦਾ, ਇਹ 2 ਜਾਂ 3 ਦਿਨ ਤੱਕ ਹੁੰਦਾ, ਉਹ ਤੋਂ ਬਾਅਦ ਇਹ ਫੇਡ ਹੋਣਾ ਸ਼ੁਰੂ ਹੋ ਜਾਂਦਾ। ਤਾਂ ਕਰਕੇ ਜੋ 2-3 ਦਿਨ ਲਈ ਜੋ ਪਰਚੀ ਯੂਜ਼ ਹੋਵੇ, ਉਸ ਨੂੰ ਆਪਾਂ ਕੀ ਕਹਿੰਦੇ ਹਾਂ? ਕਿਹਦੇ ਨਾਲ ਬਣਦੀ ਆ? ਉਹ ਥਰਮਲ ਪ੍ਰਿੰਟਰ ਦੇ ਨਾਲ ਬਣਦੀ ਹੈ। ਠੀਕ ਹੈ ਜੀ, ਥਰਮਲ ਪ੍ਰਿੰਟਰ। 3D ਪ੍ਰਿੰਟਰ ਆ ਹੁੰਦਾ ਜੀ। ਦੇਖੋ 3D ਪ੍ਰਿੰਟਰ ਕੀ ਹੁੰਦਾ? 3D, ਜਦੋਂ ਕੋਈ ਵੀ ਚੀਜ਼ 3D ਪ੍ਰਿੰਟ ਕਰਨੀ ਆ, ਉਹਨੂੰ ਆਪਾਂ 3D ਪ੍ਰਿੰਟਰ ਨਾਲ ਯੂਜ਼ ਕਰਦੇ ਹਾਂ। ਫਿਊਚਰ ਟੈਕਨੋਲੋਜੀ ਜਿਹੇ ਇਹ ਫਿਊਚਰ ਟੈਕਨੋਲੋਜੀ ਆ, ਹੁਣ ਵੀ ਯੂਜ਼ ਹੁੰਦਾ ਵੈਸੇ, ਬਟ ਅੱਗੇ ਨੂੰ ਇਹ ਕਮਰਸ਼ੀਅਲ ਤੌਰ 'ਤੇ ਜ਼ਿਆਦਾ ਯੂਜ਼ ਹੋਇਆ ਕਰੂਗਾ। ਪੇਪਰ 'ਚ ਇੱਕ ਕੁਐਸਚਨ ਆਉਂਦਾ, ਸਭ ਤੋਂ ਜ਼ਿਆਦਾ ਹਾਈ ਐਂਡ ਕੁਆਲਿਟੀ, ਸਭ ਤੋਂ ਜ਼ਿਆਦਾ ਹਾਈ ਐਂਡ ਕੁਆਲਿਟੀ ਕਿਹੜੇ ਪ੍ਰਿੰਟਰ ਦੀ ਹੈ ਜੀ? ਤਾਂ ਉਹ ਪਲੋਟਰ ਦੀ ਹੈ। ਤੁਸੀਂ ਦੇਖਿਆ ਉਹ ਵੱਡੀ ਵੱਡੀ ਫਲੈਕਸਾਂ ਜਿਹੜੀਆਂ ਪ੍ਰਿੰਟ ਹੁੰਦੀਆਂ ਨੇ, ਉਹ ਕਿਹਦੇ ਥਰੂ ਹੁੰਦੀਆਂ ਨੇ? ਪਲੋਟਰ ਦੇ ਥਰੂ ਹੁੰਦੀਆਂ ਨੇ। ਠੀਕ ਹੈ ਜੀ, ਪਲੋਟਰ ਦੇ ਥਰੂ। ਤਾਂ ਸਭ ਤੋਂ ਪੇਪਰ 'ਚ ਕੁਐਸਚਨ ਆਉਂਦਾ ਹੈ ਕਿ ਸਭ ਤੋਂ ਵਧੀਆ ਕੁਆਲਿਟੀ ਕਿਹੜੇ ਪ੍ਰਿੰਟਰ ਦੀ ਹੈ? ਇਹ ਵੀ ਇੱਕ ਟਾਈਪ ਆਫ ਪ੍ਰਿੰਟਰ ਹੈ, ਸੋ ਉਹਨੂੰ ਕਹਿੰਦੇ ਕੀ ਨੇ? ਪਲੋਟਰ। ਨੈਕਸਟ ਆਪਣੇ ਕੋਲ ਹੈ ਜੀ ਆਊਟਪੁੱਟ ਡਿਵਾਈਸ ਸਪੀਕਰ। ਇਹ ਕੀ ਕਰਦੀ ਹੈ? ਇਲੈਕਟ੍ਰੀਕਲ ਆਡੀਓ ਨੂੰ ਕੋਰਸਪੋਂਡਿੰਗ ਸਾਊਂਡ ਦੇ ਵਿੱਚ ਕਨਵਰਟ ਕਰ ਦਿੰਦੀ ਹੈ। ਠੀਕ ਹੈ ਜੀ। ਇਲੈਕਟ੍ਰੀਕਲ ਆਡੀਓ ਮਤਲਬ ਕੋਈ ਵੀ ਇਲੈਕਟ੍ਰੀਕਲ ਸਿਗਨਲ ਆ ਰਿਹਾ ਤੁਹਾਡੇ ਕੋਲ, ਮੰਨ ਲਓ 1010 ਫਾਰਮ ਦੇ, ਉਹਨੂੰ ਤੁਹਾਡੀ ਆਡੀਓ ਦੇ ਵਿੱਚ ਕਨਵਰਟ ਕਰਦਾ ਹੈ। ਕੌਣ ਕਰਦਾ ਜੀ? ਇਹ ਸਪੀਕਰ। ਜ਼ਿਆਦਾਤਰ ਇਹ ਡਾਇਨਾਮਿਕ ਸਪੀਕਰ ਹੁੰਦੇ ਨੇ, ਜ਼ਿਆਦਾਤਰ ਇਹ ਡਾਇਨਾਮਿਕ ਸਪੀਕਰ ਹੁੰਦੇ ਨੇ। ਇਹਦਾ ਲਗਭਗ ਸਭ ਨੇ ਦੇਖੇ ਹੁੰਦੇ ਨੇ। ਠੀਕ ਹੈ ਜੀ। ਸਪੀਕਰ ਕੀ ਹੈ? ਇੱਕ ਆਊਟਪੁੱਟ ਡਿਵਾਈਸ ਹੈ, ਇਹ ਸੌਫਟ ਆਊਟਪੁੱਟ ਦਿੰਦਾ ਹੈ। ਅੱਗੇ ਕੀ ਹੈ ਜੀ ਆਪਣੇ ਕੋਲੇ? ਸਮ ਅਦਰ ਆਊਟਪੁੱਟ ਡਿਵਾਈਸਿਸ, ਕੁਝ ਹੋਰ ਆਊਟਪੁੱਟ ਡਿਵਾਈਸਿਸ, ਜਿਵੇਂ ਇਹ ਕੀ ਹੈ ਜੀ? ਸਾਊਂਡ ਕਾਰਡ ਹੈ। ਠੀਕ ਹੈ, ਸਾਊਂਡ ਕਾਰਡ ਹੈ। ਇਹ ਕੀ ਹੈ? ਪ੍ਰੋਜੈਕਟਰ ਹੈ। ਇਹ ਕੀ ਨੇ? ਹੈਡਫੋਨਸ ਨੇ। ਇਹ ਕੀ ਨੇ? ਹੈਡਫੋਨਸ ਨੇ। ਪ੍ਰੋਜੈਕਟਰ ਹੋ ਗਿਆ, ਪ੍ਰੋਜੈਕਟਰ ਵੀ ਇੱਕ ਆਊਟਪੁੱਟ ਡਿਵਾਈਸ ਹੈ। ਦੇਖੋ ਇੱਥੇ ਇਮੇਜ ਫਾਰਮ ਕਰਦਾ ਇਹ। ਠੀਕ ਹੈ, ਇਹ ਆਪਾਂ ਨੂੰ ਗਾਣੇ ਸੁਣਾਉਂਦਾ ਹੈ। ਠੀਕ ਹੈ ਜੀ। ਇਹ ਸਾਊਂਡ ਕਾਰਡ ਹੈ, ਸਾਊਂਡ ਲਈ ਯੂਜ਼ ਕੀਤਾ ਜਾਂਦਾ। ਹੁਣ ਦੇਖੋ ਧਿਆਨ ਨਾਲ, ਇੱਕ ਈਅਰਫੋਨ ਸ਼ਬਦ ਹੁੰਦਾ। ਈਅਰਫੋਨ, ਹੈਡਫੋਨ ਤੇ ਸਪੀਕਰ। ਸਪੀਕਰ ਮੈਂ ਦੱਸ ਚੁੱਕਿਆ। ਹੈਡਫੋਨ ਆ ਹੁੰਦੇ ਨੇ ਜਿਹੜੇ ਆਪਾਂ ਕੰਨਾਂ ਦੇ ਵਿੱਚ ਛੋਟੇ ਛੋਟੇ ਲਾਉਂਦੇ ਨਾ, ਜਿਹੜੇ ਆਪਾਂ ਕੰਨਾਂ ਦੇ ਵਿੱਚ ਛੋਟੇ ਛੋਟੇ ਲਾਉਂਦੇ ਆ, ਉਹਨੂੰ ਆਪਾਂ ਈਅਰਫੋਨ ਕਹਿੰਦੇ ਆ। ਕਨਫਿਊਜ਼ ਨਹੀਂ ਹੋਣਾ। ਹੈਡਫੋਨਸ ਆ ਵੱਡੇ ਵਾਲੇ ਹੁੰਦੇ ਨੇ ਜਿਹੜੇ ਪੂਰੇ ਹੈੱਡ ਦੇ ਉੱਪਰ ਘੁੰਮ ਕੇ ਜਾਂਦੇ ਨੇ, ਤੇ ਈਅਰਫੋਨਸ ਉਹ ਹੁੰਦੇ ਨੇ ਜਿਹੜੇ ਛੋਟੇ ਛੋਟੇ ਹੁੰਦੇ ਨੇ। ਅੱਗੇ ਤੋਂ ਤੁਸੀਂ ਹੈਡਫੋਨ ਨਹੀਂ ਕਹਿਣਾ, ਉਹਨੂੰ ਈਅਰਫੋਨ ਕਹਿਣਾ। ਓਕੇ ਜੀ। ਨੈਕਸਟ ਆਪਣੇ ਕੋਲੇ ਕੀ ਹੈ ਜੀ? ਉਹ ਡਿਵਾਈਸਿਸ ਜੋ ਇਨਪੁੱਟ ਤੇ ਆਊਟਪੁੱਟ ਦੋਨਾਂ ਦਾ ਕੰਮ ਕਰਦੇ ਨੇ, ਜਿਵੇਂ ਕਿ ਮੋਡਮਸ। ਮੋਡਮ ਦੀ ਫੁੱਲ ਫਾਰਮ ਕੀ ਹੈ? ਮੋਡੂਲੇਟਰ, ਡਿਮੋਡੂਲੇਟਰ। ਕੰਮ ਕੀ ਹੈ ਇਹਦਾ? ਇਟ ਇਜ਼ ਅ ਹਾਰਡਵੇਅਰ ਡਿਵਾਈਸ ਦੈਟ ਕਨਵਰਟਸ ਡਾਟਾ ਫਰੋਮ ਡਿਜੀਟਲ ਫਾਰਮੈਟ। ਇਹ ਇੱਕ ਡਿਜੀਟਲ ਫਾਰਮੈਟ ਦੇ ਡਾਟੇ ਨੂੰ ਇੰਟੈਂਟ ਫॉर ਆਡੀਓ, ਡਿਜੀਟਲ ਡਾਟੇ ਨੂੰ ਐਨਾਲੌਗ ਡਾਟੇ ਦੇ ਵਿੱਚ ਕਨਵਰਟ ਕਰ ਦਿੰਦਾ। ਤੁਸੀਂ ਮੋਡਮ ਦੇਖਿਆ ਹੋਗਾ। ਮੋਡਮ ਦਾ ਕੰਮ ਕੀ ਹੁੰਦਾ? ਕੋਈ ਡਿਜੀਟਲ ਸਿਗਨਲ ਆ ਰਿਹਾ, ਉਹਨੂੰ ਆਪਣਾ ਐਨਾਲੌਗ ਸਿਗਨਲ ਦੇ ਵਿੱਚ ਕਨਵਰਟ ਕਰਨਾ, ਤਾਂ ਹੀ ਤੁਸੀਂ ਇੰਟਰਨੈਟ ਐਕਸੈਸ ਕਰ ਪਾਉਂਦੇ ਹੋ ਨਾ। ਦੇਖੋ 2 ਤਰ੍ਹਾਂ ਦੇ ਡਾਟਾ ਹੁੰਦੇ ਨੇ, ਇੱਕ ਡਿਜੀਟਲ, ਇੱਕ ਐਨਾਲੌਗ। ਕਲੀਅਰ ਹੈ? ਜੇ ਤੁਹਾਨੂੰ ਕੋਈ ਵੀ ਮੰਨ ਲਓ ਕਹਦੇ ਵਾਇਰਲੈਸ, ਵਾਇਰਲੈਸ ਦੇ ਵਿੱਚ ਹਮੇਸ਼ਾ ਐਨਾਲੌਗ ਹੋਊਗਾ, ਚਾਹੇ ਉਹ ਇੱਕ ਵਾਰੀ ਐਨਾਲੌਗ ਹੋ ਜਾਏ, ਬਾਅਦ 'ਚੋਂ ਡਿਜੀਟਲ ਹੋ ਜਾਏ, ਉਹ ਅੱਡ ਗੱਲ ਹੈ। ਬਟ ਜਦੋਂ ਵਾਇਰਲੈਸ ਗੱਲ ਹੋ ਰਹੀ ਹੈ, ਵਾਇਰ ਨਹੀਂ ਹੈਗੀ, ਤਾਂ ਉੱਥੇ ਹਮੇਸ਼ਾ ਐਨਾਲੌਗ ਡਾਟਾ ਹੋਊਗਾ। ਕਦੇ ਵੀ ਡਿਜੀਟਲ ਡਾਟਾ ਬਿਨਾਂ ਉਹਦੇ ਵਾਇਰ ਦੇ ਟਰੈਵਲ ਨਹੀਂ ਕਰਦਾ। ਸੋ ਜਿਹੜਾ ਵੀ ਹਵਾ ਦੇ ਵਿੱਚ ਡਾਟਾ, ਮੰਨ ਲਓ ਇੱਕ ਫੋਨ ਤੋਂ ਦੂਜੇ ਫੋਨ 'ਚ ਕੋਈ ਵੀਡੀਓ ਜਾ ਰਹੀ ਹੈ, ਜਾਂ ਇੱਕ ਫੋਨ ਤੋਂ ਦੂਜੇ ਫੋਨ 'ਤੇ ਹੌਟਸਪੌਟ ਚਲਾ ਰਹੇ ਹੋ, ਤਾਂ ਉਹਦੇ ਤੋਂ ਕੀ ਹੋਊਗਾ? ਇਹ ਜਿਹੜਾ ਹਵਾ ਦੇ ਵਿੱਚ ਡਾਟਾ ਜਾ ਰਿਹਾ, ਇਹ ਐਨਾਲੌਗ ਡਾਟਾ ਹੋਊਗਾ। ਕਲੀਅਰ ਹੈ? ਸੋ ਮੋਡੂਲੇਟਰ ਦਾ ਕੰਮ ਕੀ ਹੁੰਦਾ? ਕਿਸੇ ਡਿਜੀਟਲ ਚੀਜ਼ ਨੂੰ ਲੈਣਾ, ਡਿਜੀਟਲ ਨੂੰ ਲੈਣਾ ਤੇ ਐਨਾਲੌਗ ਨੂੰ ਦੇਣਾ। ਤਾਂ ਕਰਕੇ ਇਨਪੁੱਟ ਤੇ ਆਊਟਪੁੱਟ ਦੋਨਾਂ ਦਾ ਕੰਮ ਕਰਨ ਲਈ ਯੂਜ਼ ਕੀਤੀ ਜਾਂਦੀ ਹੈ। ਕਲੀਅਰ ਹੈ? ਉਹ ਤੋਂ ਬਾਅਦ ਹੁੰਦਾ NIC। NIC ਦੀ ਫੁੱਲ ਫਾਰਮ ਕੀ ਹੁੰਦੀ ਹੈ? ਨੈਟਵਰਕ ਇੰਟਰਫੇਸ ਕਾਰਡ। ਐਨ ਇਲੈਕਟ੍ਰੋਨਿਕ ਡਿਵਾਈਸ ਦੈਟ ਕਨੈਕਟ ਅ ਕੰਪਿਊਟਰ ਟੂ ਅ ਨੈਟਵਰਕ। ਜਿਹੜੀ ਕਿਸੇ ਕੰਪਿਊਟਰ ਨੂੰ ਕੰਪਿਊਟਰ ਨੈਟਵਰਕ ਦੇ ਨਾਲ ਜੋੜਦੀ ਹੈ, ਉਹਨੂੰ ਆਪਾਂ ਕੀ ਕਹਿੰਦੇ ਹਾਂ ਜੀ? ਨੈਟਵਰਕ ਇੰਟਰਫੇਸ ਕਾਰਡ। ਇਹਦੀ ਸਭ ਤੋਂ ਬੈਸਟ ਐਗਜ਼ਾਮਪਲ ਕੀ ਹੈ ਜੀ? ਲੈਨ ਦੇ ਵਿੱਚ ਇਹ ਬਹੁਤ ਜ਼ਿਆਦਾ ਯੂਜ਼ ਹੈ। ਲੈਨ ਦੀ ਫੁੱਲ ਫਾਰਮ ਕੀ? ਲੋਕਲ ਏਰੀਆ ਨੈਟਵਰਕ। ਠੀਕ ਹੈ, ਲੋਕਲ ਏਰੀਆ ਨੈਟਵਰਕ।
ਇਹ ਇੱਕ ਕੰਪਿਊਟਰ ਦਾ ਹਾਰਡਵੇਅਰ ਹੁੰਦਾ ਜੀ, ਇਹ ਇੱਕ ਹਾਰਡਵੇਅਰ ਹੁੰਦਾ, NIC ਇੱਕ ਹਾਰਡਵੇਅਰ ਹੈ ਜੀ, ਠੀਕ ਹੈ। ਟੱਚ ਸਕਰੀਨ ਦੇਖੋ ਇੱਥੇ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਕਿ ਟੱਚ ਸਕਰੀਨ ਕੀ ਹੁੰਦੀ ਹੈ ਜੀ। ਜਦੋਂ ਆਪਾਂ ਟੱਚ ਕਰਦੇ ਹਾਂ ਕੋਈ ਸਕਰੀਨ ਦੇ ਵਿੱਚ ਤਾਂ ਉਹ ਆਪਣੇ ਜਿਹੜਾ ਐਨਾਲੌਗ ਆਪਾਂ ਇੱਕ ਤਰੀਕੇ ਨਾਲ ਡਾਟਾ ਉਹਨੂੰ ਕਨਵਰਟ ਕਰਤਾ ਡਿਜੀਟਲ ਦੇ ਵਿੱਚ ਡਾਇਰੈਕਟਲੀ, ਐਨਾਲੌਗ ਟੂ ਡਿਜੀਟਲ ਡਾਇਰੈਕਟਲੀ ਉਂਗਲ ਨਾਲ ਆਪਾਂ ਕੁਝ ਦਿੱਤਾ, ਠੀਕ ਹੈ, ਉਹਨੂੰ ਡਿਜੀਟਲ ਦੇ ਵਿੱਚ ਡਾਇਰੈਕਟਲੀ ਕਨਵਰਟ ਕਰਤਾ। ਉਹ ਕੀ ਹੈ? ਟੱਚ ਸਕਰੀਨ। ਹੁਣ ਉਹ ਡਾਟਾ ਲੈ ਵੀ ਰਹੀ ਹੈ ਅਤੇ ਡਾਟਾ ਦਿਖਾ ਵੀ ਰਹੀ ਹੈ ਆਪਾਂ ਨੂੰ ਸਕਰੀਨ, ਤਾਂ ਉਹ ਕੀ ਹੋ ਗਈ? ਇਨਪੁਟ ਅਤੇ ਆਊਟਪੁੱਟ ਦੋਨੇ ਹੋ ਗਈ। ਇਹਦੇ ਵਿੱਚ ਇੱਕ ਚੀਜ਼ ਹੈ ਕਪੈਸਿਟਿਵ, ਇਟ ਇਜ਼ ਕਪੈਸਿਟਿਵ ਨਾਓ ਅ ਡੇਜ਼ ਬਟ ਰਜਿਸਟਿਵ ਓਲਡ ਡੇਜ਼। ਕਪੈਸਿਟੀ ਦਾ ਮਤਲਬ ਕੀ ਹੈ ਜੀ? ਤੁਸੀਂ ਕਦੇ ਮੋਬਾਈਲ ਦੇਖਿਆ ਹੋਊਗਾ ਜਿਹਦੇ ਵਿੱਚ ਆਪਾਂ ਸਟਾਈਲਸ ਦਾ ਯੂਜ਼ ਕਰਦੇ ਸੀ। ਦੇਖੋ ਸਟਾਈਲਸ ਉਹ ਹੁੰਦਾ ਜਿਹਦੇ ਨਾਲ ਆਪਾਂ ਇੱਕ ਮੋਬਾਈਲ ਦੇ ਸਾਈਡ ਦੇ ਉੱਤੇ ਨਾ ਇੱਕ ਪੈਨ ਜਿਹਾ ਹੁੰਦਾ ਸੀ ਛੋਟਾ ਜਿਹਾ, ਉਹਦੇ ਨਾਲ ਆਪਾਂ ਜੋ ਇਨਪੁਟ ਸੀ ਉਹ ਟਾਈਪ ਕਰਦੇ ਸੀਗੇ, ਠੀਕ ਹੈ ਜੀ, ਉਹਨੂੰ ਆਪਾਂ ਸਟਾਈਲਸ ਕਹਿੰਦੇ ਆ। ਜਿਹੜੇ ਉਹ ਪੈਨ ਜਿਹੇ ਨਾਲ ਆਪਾਂ ਇਨਪੁਟ ਟਾਈਪ ਕਰਦੇ ਸੀ ਨਾ, ਇੱਥੇ ਕੋਈ ਵੀ ਇੱਥੋਂ ਕੱਢਿਆ ਪੈਨ ਇੱਥੇ ਲਾਤਾ, ਹੁਣ ਤਾਂ ਆਪਾਂ ਉਂਗਲ ਨਾਲ ਯੂਜ਼ ਕਰਦੇ ਹਾਂ, ਉਦੋਂ ਆਪਾਂ ਸਟਾਈਲਸ ਨਾਲ ਯੂਜ਼ ਕਰਦੇ ਸੀ, ਉਹਨੂੰ ਆਪਾਂ ਸਟਾਈਲਸ ਕਹਿੰਦੇ ਆ। ਤਾਂ ਤੁਸੀਂ ਦੇਖਿਆ ਹੋਊਗਾ ਪਹਿਲਾਂ ਮੰਨ ਲਓ ਉਰੇ ਟੱਚ ਕਰਦੇ ਸੀ, ਕਈ ਵਾਰੀ ਉਰੇ ਟੱਚ ਹੋ ਜਾਂਦਾ ਸੀਗਾ, ਉਰੇ ਟੱਚ ਕਰਦੇ ਸੀ ਉਰੇ ਟੱਚ ਹੋ ਜਾਂਦਾ ਸੀਗਾ, ਠੀਕ ਹੈ, ਉਹਨੂੰ ਆਪਾਂ ਕੀ ਕਹਿੰਦੇ ਸੀ? ਰਜਿਸਟਿਵ ਸਕਰੀਨ। ਉਹਦੇ ਵਿੱਚ ਜ਼ਿਆਦਾ ਕੰਪੈਟੀਬਿਲਿਟੀ ਨਹੀਂ ਸੀ, ਠੀਕ ਹੈ ਜੀ। ਬਟ ਅੱਜ ਕੱਲ੍ਹ ਕਿਹੜੀ ਆ ਗਈ? ਕਪੈਸਿਟਿਵ। ਅੱਜ ਕੱਲ੍ਹ ਕਪੈਸਿਟਿਵ, ਅੱਜ ਕੱਲ੍ਹ ਜਿੱਥੇ ਤੁਸੀਂ ਟੱਚ ਕਰੋਗੇ ਉੱਥੇ ਹੀ ਹੋਊਗਾ ਅਤੇ ਬਹੁਤ ਜ਼ਿਆਦਾ ਤੇਜ਼ ਸਪੀਡ ਹੋਊਗੀ। ਕਲੀਅਰ ਹੈ ਜੀ। ਬਟ ਅੱਜ ਵੀ ਪੇਪਰ 'ਚ ਆ ਜਿਹੜੇ ਅੱਜ ਵੀ ਰਜਿਸਟਿਵ ਨੇ, ਰਜਿਸਟਿਵ ਟੱਚ ਸਕਰੀਨਸ ਨੇ, ਉਹ ਕਿੱਥੇ ਯੂਜ਼ ਹੁੰਦੀਆਂ ਨੇ? ਉਹ ਲਗਭਗ ਹਰੇਕ ਪਬਲਿਕ ATM ਦੇ ਵਿੱਚ ਯੂਜ਼ ਹੁੰਦੇ ਨੇ। ਤੁਸੀਂ ਕਦੇ ਵੀ ATM ਦੀ ਟੱਚ ਅਤੇ ਆਪਣੇ ਮੋਬਾਈਲ ਦੀ ਟੱਚ ਨੂੰ ਕੰਪੇਅਰ ਕਰਕੇ ਦੇਖ ਲਓ, ਤੁਹਾਨੂੰ ਕਪੈਸਿਟਿਵ ਅਤੇ ਰਜਿਸਟਿਵ ਦਾ ਫਰਕ ਪਤਾ ਲੱਗ ਜੂਗਾ। ਕਲੀਅਰ ਹੀ। ਆਪਣੇ ਮੋਬਾਈਲ 'ਚ ਕਪੈਸਿਟਿਵ ਹੁੰਦੀ ਹੈ ਅਤੇ ਜੋ ATM ਦੇ ਵਿੱਚ ਹੈ ਉਹਦੇ ਵਿੱਚ ਕਿਹੜੀ ਹੁੰਦੀ ਹੈ? ਰਜਿਸਟਿਵ ਟੱਚ ਸਕਰੀਨ। ਕਲੀਅਰ ਹੀ। ਦੇਖੋ ਇਹ ਕੁਝ ਫੋਟੋਜ਼ ਨੇ, ਆਹ ਸੀ ਉਹ ਸਟਾਈਲਸ ਜਿਹਦੀ ਮੈਂ ਗੱਲ ਕਰ ਰਿਹਾ ਸੀ, ਇਹ ਕੀ ਆ? ਉਹ ਸਟਾਈਲਸ ਹੈ ਜੀ, ਇਹ ਸਟਾਈਲਸ ਹੈ, ਇਹ ਮੋਡਮ ਹੈ, ਠੀਕ ਹੈ ਜੀ, ਇਹ ਕਾਰਡ ਹੈ NIC ਕਾਰਡ, ਨੈਟਵਰਕ ਇੰਟਰਫੇਸ ਕਾਰਡ, ਅਤੇ ਆਹ ਜਿਹੜੀ ਅੱਜ ਕੱਲ੍ਹ ਦੀ ਹੈ, ਠੀਕ ਹੈ ਜੀ, ਕਪੈਸਿਟਿਵ। ਆਹ ਜਿਹੜੀ ਅੱਜ ਕੱਲ੍ਹ ਦੀ ਹੈ ਕਪੈਸਿਟਿਵ, ਆਹ ਜਿਹੜੀ ਹੈ ਰਜਿਸਟਿਵ, ਆਹ ਇਹਨੂੰ ਕੀ ਕਹਿੰਦੇ ਨੇ? ਸਟਾਈਲਸ। ਕਲੀਅਰ ਹੈ ਜੀ। ਮੈਂ ਉਮੀਦ ਕਰਦਾ ਤੁਹਾਨੂੰ ਅੱਜ ਦਾ ਲੈਕਚਰ ਪਸੰਦ ਆਇਆ ਹੋਊਗਾ। ਹੋਰ ਵੀਡੀਓਜ਼ ਦੇਖਣ ਲਈ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਕਰੋ, ਕਮੈਂਟ ਕਰੋ, ਅਤੇ ਜਿਹੜਾ ਵੀ ਗਵਰਨਮੈਂਟ ਜੋਬ ਦੀ ਪ੍ਰਿਪਰੇਸ਼ਨ ਕਰ ਰਿਹਾ ਸਪੈਸ਼ਲੀ ਇਸ ਵਾਰ ਪਟਵਾਰੀ ਲਈ, ਉਦੋਂ ਤੱਕ ਇਹ ਵੀਡੀਓ ਪਹੁੰਚਾਓ। ਪੇਪਰ ਮੰਨ ਕੇ ਚੱਲੋ ਵੀ ਇਸ ਤੋਂ ਬਾਹਰ ਨਹੀਂ ਆਉਂਦਾ, ਠੀਕ ਹੈ। ਥੈਂਕ ਯੂ।